Hello, dear aspirants. I welcome you all in this beautiful platform of Burma Academy. So ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਇਸ ਪਲੇਟਫਾਰਮ ਦੇ ਉੱਤੇ ਤੁਹਾਡੇ ਲਈ ਫ੍ਰੀ ਆਫ ਕਾਸਟ vocab ਦਾ ਜਿਹੜਾ ਪੋਰਸ਼ਨ ਹੈ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਨਾਟ ਓਨਲੀ vocab ਤੁਹਾਡੇ ਲਈ ਹਰ ਇੱਕ ਐਗਜ਼ਾਮ ਨਾਲ ਰਿਲੇਟਡ ਜੋ ਵੀ ਤੁਹਾਡੇ ਟੌਪਿਕ ਇੰਪੋਰਟੈਂਟ ਹੁੰਦੇ ਆ ਫਿਰ ਚਾਹੇ ਉਹ ਤੁਹਾਡਾ ਇੰਗਲਿਸ਼ ਦਾ ਹੋਵੇ ਜਾਂ ਫਿਰ ਤੁਹਾਡਾ ਕੋਈ ਜੀਕੇ ਦਾ ਜਾਂ ਮੈਥ ਦਾ ਹੋਵੇ ਤੁਹਾਨੂੰ ਹਰ ਇੱਕ ਦੀਆਂ ਕਲਾਸਿਸ ਜਿਹੜੀਆਂ ਹੈਗੀਆਂ ਪਲੇਟਫਾਰਮ ਦੇ ਉੱਤੇ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਸੋ ਜੋ ਸਟੂਡੈਂਟ ਪਲੇਟਫਾਰਮ ਦੇ ਉੱਤੇ ਨਿਊ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਸੀਂ ਅੱਗੇ ਜੋ ਕਲਾਸ ਤੁਹਾਡੇ ਲਈ ਹੋਣ ਤਾਂ ਤੁਸੀਂ ਉਹਨਾਂ ਨੂੰ ਅਟੈਂਡ ਕਰ ਸਕੋ ਤੇ ਉਹਦਾ ਬੈਨੀਫਿਟ ਹੈ ਜਿਹੜਾ ਉਹ ਲੈ ਸਕੋ ਪਲੱਸ ਜੋ ਸਟੂਡੈਂਟਸ ਕਲਾਸ ਹੈ ਜਿਹੜੀਆਂ ਪਹਿਲਾਂ ਤੋਂ ਦੇਖ ਰਹੇ ਆ ਤਾਂ ਉਹ ਆ ਜਿਹੜਾ ਕਲਾਸ ਨੂੰ ਲਾਈਕ ਹੈ ਜਿਹੜਾ ਉਹ ਵੱਧ ਤੋਂ ਵੱਧ ਸ਼ੇਅਰ ਉਹ ਜ਼ਰੂਰ ਕਰਨ ਤਾਂ ਜੋ ਤੁਹਾਡਾ ਜਿਹੜਾ ਹੈਗਾ ਮੈਕਸਿਮਮ ਸਟੂਡੈਂਟ ਤੱਕ ਇਹ ਵਾਲੇ ਚੈਨਲ ਦਾ ਲਿੰਕ ਪਹੁੰਚ ਸਕੇ ਤੇ ਉਹ ਆ ਜਿਹੜਾ ਇਹਦਾ ਬੈਨੀਫਿਟ ਲੈ ਸਕਣ ਤਾਂ ਹਾਂਜੀ ਆਪਾਂ ਜਿਹੜਾ ਹੈਗਾ vocab ਪੋਰਸ਼ਨ ਕਰ ਰਹੇ ਸੀ ਇੰਗਲਿਸ਼ vocab ਚ ਜਿਹੜੀ ਆਪਾਂ ਡਿਸਕਸ ਕਰਦੇ ਆ ਜਿਹਦੇ ਵਿੱਚ ਅੱਜ ਤੁਹਾਡੀ 13 ਨੰਬਰ ਕਲਾਸ ਹੈ ਇਸ ਤੋਂ ਪਹਿਲਾਂ 12 ਕਲਾਸਿਸ ਜੋ ਆਪਣੀਆਂ vocab ਦੀਆਂ ਹੋ ਚੁੱਕੀਆਂ ਆ ਹੋਪ ਤੁਸੀਂ ਜਿੰਨੀ ਵੀ vocab ਆਪਾਂ ਕੀਤੀ ਹੈ ਉਹ ਚੰਗੇ ਤਰੀਕੇ ਨਾਲ ਕਰ ਲਈ ਹੋਣੀ ਹੈ ਬਿਕਾਜ਼ ਆਪਾਂ ਜਿੰਨੀ ਵੀ vocab ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਜ਼ਿਆਦਾਤਰ ਨਿਮੋਨਿਕਸ ਤੇ ਆਪਾਂ ਟ੍ਰਿਕਸ ਦੇ ਨਾਲ ਹੈ ਜਿਹੜਾ ਉਹ ਲਰਨ ਕਰਦੇ ਹਾਂ ਤਾਂ ਕਿ ਤੁਹਾਡੇ ਕੋਲੇ ਪੇਪਰ ਦੇ ਵਿੱਚ ਜਦੋਂ ਤੁਹਾਨੂੰ ਕੋਈ ਇਹੋ ਜਿਹਾ ਵਰਡ ਦੇਖਣ ਨੂੰ ਮਿਲੇ ਤਾਂ ਤੁਸੀਂ ਇਜ਼ੀਲੀ ਜਿਹੜਾ ਉਹਦਾ ਆਨਸਰ ਮਾਰਕ ਕਰ ਸਕੋ ਤਾਂ ਹਾਂਜੀ ਇੱਕ ਹੋਰ ਚੀਜ਼ ਜਿਹੜੇ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਵੈਸੇ ਤਾਂ ਲਗਭਗ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਆਪਣਾ ਇੱਕ ਟੈਲੀਗ੍ਰਾਮ ਗਰੁੱਪ ਹੈ ਜਿਹਦੇ ਉੱਤੇ ਤੁਹਾਨੂੰ ਜਿੰਨੀਆਂ ਵੀ ਕਲਾਸਿਸ ਤੁਹਾਡੀਆਂ YouTube ਦੇ ਉੱਤੇ ਕਰਵਾਈਆਂ ਜਾਂਦੀਆਂ ਜੋ ਵੀ ਸੈਸ਼ਨ ਤੁਹਾਡਾ YouTube ਦੇ ਉੱਤੇ ਹੁੰਦਾ ਹੈ ਉਹਦੀਆਂ ਇੰਪੋਰਟੈਂਟ ਨੋਟੀਫਿਕੇਸ਼ਨਸ ਨੇ ਜਾਂ ਫਿਰ ਸਿੰਪਲ ਤੁਹਾਡੇ ਪੀਪੀਟੀ ਫਾਰਮ ਦੇ ਡਾਕੂਮੈਂਟਸ ਨੇ ਉਹ ਆਪਣੇ ਜਿਹੜੇ ਹੈਗੇ ਆ ਟੈਲੀਗ੍ਰਾਮ ਗਰੁੱਪ ਦੇ ਉੱਤੇ ਅਪਲੋਡ ਕੀਤੇ ਜਾਂਦੇ ਆ ਸੋ ਦੈਟ ਤੁਸੀਂ ਉਹਦਾ ਬੈਨੀਫਿਟ ਹੈ ਜਿਹੜਾ ਉਹ ਲੈ ਸਕੋ ਤੇ ਇੰਪੋਰਟੈਂਟ ਨੋਟੀਫਿਕੇਸ਼ਨਸ ਵੀ ਤੁਹਾਨੂੰ ਇਹ ਜਿਹੜੀਆਂ ਉਸੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲ ਜਾਂਦੀਆਂ ਥਰਡ ਮੋਸਟ ਇੰਪੋਰਟੈਂਟ ਥਿੰਗ ਹੈ ਜਿਹੜੀ ਤੁਹਾਡੇ ਕੋਲੇ ਤੁਸੀਂ ਜਿਹੜਾ ਆਪਣਾ ਪ੍ਰੈਕਟਿਸ ਹੈ ਉਹ ਪੋਲ ਤੇ ਕੁਇਜ਼ ਦੇ ਥਰੂ ਹੈ ਜਿਹੜਾ ਉਹ ਕਰ ਸਕਦੇ ਹੋ ਤੇ ਤੁਹਾਡੇ ਕੋਲੇ ਜਿਹੜੇ ਪੋਲ ਕੁਇਜ਼ ਨੇ ਉਹ ਵੀ ਟੈਲੀਗ੍ਰਾਮ ਗਰੁੱਪ ਦੇ ਉੱਤੇ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਂਦੇ ਸੋ ਜੋ ਸਟੂਡੈਂਟ ਨਿਊ ਨੇ ਤਾਂ ਉਹ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲੈਣਾ ਟੈਲੀਗ੍ਰਾਮ ਗਰੁੱਪ ਦਾ ਲਿੰਕ ਹੈ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੇ ਉੱਥੋਂ ਤੁਸੀਂ ਇਹ ਜਿਹੜਾ ਜੁਆਇਨ ਕਰ ਲੈਣਾ ਤਾਂ ਹਾਂਜੀ ਕਰਦੇ ਹਾਂ ਸਟਾਰਟ ਆਪਣੀ ਅੱਜ ਦੀ ਕਲਾਸ 30 ਨੰਬਰ ਕਲਾਸ ਹੈ ਆਪਣੀ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਵਨ ਵਰਡ ਸਬਸਟੀਟਿਊਸ਼ਨ ਡਿਸਕਸ ਵਨ ਵਰਡ ਸਬਸਟੀਟਿਊਸ਼ਨ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਹੁੰਦੇ ਆਪਣੇ ਕੀ ਹੈ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਯੂਜ਼ ਕਰਦੇ ਹਾਂ ਸਿਮਿਲਰਲੀ ਤੁਹਾਡੇ ਕੋਲ ਇੰਗਲਿਸ਼ ਦੇ ਵਿੱਚ ਇੱਕ ਫਰੇਜ਼ ਦਿੱਤੀ ਹੋਏਗੀ ਤੇ ਤੁਸੀਂ ਉਹਦੇ ਵਾਸਤੇ ਇੱਕ ਵਨ ਵਰਡ ਹੈ ਜਿਹੜਾ ਉਹ ਦੱਸਣਾ ਹੋਏਗਾ ਦੇਖੋ ਜੀ ਫਰਸਟ ਫਰੇਜ਼ ਹੈ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਵਨ ਹੂ ਇਜ਼ ਈਜ਼ੀਲੀ ਡਿਸੀਵਡ ਤਾਂ ਇਹੋ ਜਿਹਾ ਪਰਸਨ ਜਿਹਨੂੰ ਤੁਸੀਂ ਈਜ਼ੀਲੀ ਹੈ ਜਿਹੜਾ ਡਿਸੀਵ ਕਰ ਸਕਦੇ ਹੋ ਚੀਟ ਕਰ ਸਕਦੇ ਹੋ ਜਾਂ ਸਿੰਪਲ ਆਪਾਂ ਕਹਿੰਦੇ ਕੋਈ ਭੋਲਾ ਜਿਹਾ ਹੋਣਾ ਗਊ ਵਰਗਾ ਹੋਣਾ ਤਾਂ ਉਹ ਤੁਸੀਂ ਯੂਜ਼ ਕਰੋਗੇ ਇੱਥੇ ਵਨ ਹੂ ਇਜ਼ ਈਜ਼ੀਲੀ ਡਿਸੀਵਡ ਕੀ ਕਿਹਾ ਜਾਏਗਾ ਉਹਨੂੰ ਗਲੀਬਲ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰੋਗੇ ਗਲੀਬਲ ਦਾ ਮੀਨਿੰਗ ਕੀ ਹੁੰਦਾ ਕੋਈ ਪਰਸਨ ਜਿਹੜਾ ਬਹੁਤ ਜ਼ਿਆਦਾ ਭੋਲਾ ਭਾਲਾ ਜਿਹਾ ਹੋਵੇ ਭੋਲਾ ਜਿਹਾ ਹੋਵੇ ਭੋਲਾ ਭਾਲਾ ਹੋਵੇ ਬਹੁਤ ਜ਼ਿਆਦਾ ਨਿਮਰ ਹੋਵੇ ਤਾਂ ਤੁਸੀਂ ਯੂਜ਼ ਕਰੋਗੇ ਵਰਡ ਗਲੀਬਲ ਵਨ ਹੂ ਇਜ਼ ਈਜ਼ੀਲੀ ਡਿਸੀਵਡ ਜਿਹਨੂੰ ਈਜ਼ੀਲੀ ਧੋਖਾ ਦਿੱਤਾ ਜਾ ਸਕਦਾ ਹੈ ਗਲੀਬਲ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰੋਗੇ ਅੱਗੇ ਤੁਹਾਡੇ ਕੋਲੇ ਹੋਲਡਿੰਗ ਐਨ ਆਫਿਸ ਵਿਦਆਊਟ ਰਿਸੀਵਿੰਗ ਅ ਪੇ ਤਾਂ ਕਈ ਵਾਰ ਕੀ ਹੁੰਦਾ ਹੈ ਕੋਈ ਪਰਸਨ ਕਿਸੇ ਵਾਸਤੇ ਕੋਈ ਕੰਮ ਕਰ ਰਿਹਾ ਹੈ ਤੇ ਉਹਨੂੰ ਜਿਹੜੀ ਉਹਦੀ ਪੇਮੈਂਟ ਨਹੀਂ ਮਿਲ ਰਹੀ ਤਾਂ ਜਾਂ ਉਹ ਪੇਮੈਂਟ ਹੈ ਜਿਹੜੀ ਉਹ ਨਹੀਂ ਲੈ ਰਿਹਾ ਤਾਂ ਉਹਨੂੰ ਕੀ ਕਿਹਾ ਜਾਏਗਾ ਆਪਾਂ ਇੱਕ ਤਰੀਕੇ ਦੀ ਸਰਵਿਸ ਦੀ ਫਾਰਮ ਦੇ ਵਿੱਚ ਲੈ ਰਹੇ ਹਾਂ ਨਾ ਤਾਂ ਉਹ ਕੀ ਹੋ ਗਿਆ ਇੱਕ ਅਵਾਰਡ ਵਾਲਾ ਕੰਮ ਹੋ ਗਿਆ ਸੋ ਤੁਸੀਂ ਓਨਰ ਤੋਂ ਯਾਦ ਰੱਖ ਲੈਣਾ ਆਨਰੇਰੀ ਮੀਨਿੰਗ ਵੀ ਹੋਗਾ ਤੁਹਾਡੇ ਕੋਲ ਇਹਦਾ ਆਨਰੇਰੀ ਹੋਲਡਿੰਗ ਐਨ ਆਫਿਸ ਵਿਦਆਊਟ ਰਿਸੀਵਿੰਗ ਅ ਪੇ ਆਨਰੇਰੀ ਤਾਂ ਤੁਸੀਂ ਬਿਨਾਂ ਤਨਖਾਹ ਤੋਂ ਜਦੋਂ ਕੋਈ ਕੰਮ ਕਰਕੇ ਦਿੰਦੇ ਹੋ ਕਿਸੇ ਨੂੰ ਤਾਂ ਉਹ ਕੰਮ ਕੀ ਹੁੰਦਾ ਤੁਹਾਡੇ ਕੋਲੇ ਆਨਰੇਰੀ ਯੂਜ਼ ਕੀਤਾ ਜਾਂਦਾ ਹੈ ਵਰਡ ਜਿਹੜਾ ਤੁਸੀਂ ਯਾਦ ਰੱਖਣਾ ਹੈ ਨੈਕਸਟ ਫਰੇਜ਼ ਹੈ ਜੀ ਤੁਹਾਡੇ ਕੋਲੇ ਥਰਡ ਨੰਬਰ ਫਰੇਜ਼ ਦੈਟ ਇਜ਼ ਅ ਪਰਸਨ ਹੂ ਕਲੈਕਟਸ ਕੋਇਨਸ ਤਾਂ ਕਈ ਵਾਰ ਕੀ ਹੁੰਦਾ ਨਾ ਕਿਸੇ ਨੂੰ ਕੋਇਨਸ ਇਕੱਠੇ ਕਰਨ ਦੀ ਆਦਤ ਹੁੰਦੀ ਹੈ ਉਹ ਨਵੀਆਂ ਨਵੀਆਂ ਜਿਵੇਂ ਕਹਿ ਲਓ ਕਿ ਕਿਸੇ ਦੀ ਕੋਈ ਕੋਇਨ ਮਿਲੀ ਉਹਨੂੰ ਨਵੇਂ ਜਿਹੇ ਤਰੀਕੇ ਦੀ ਕੋਈ ਆਪਣੇ ਕੋਲੇ ਕਿਸੇ ਕਿੰਗ ਦੀ ਫੋਟੋ ਲੱਗੀ ਹੈ ਕੁਈਨ ਦੀ ਫੋਟੋ ਲੱਗੀ ਹੈ ਤਾਂ ਉਹਨੂੰ ਕਲੈਕਟ ਕਰ ਲੈਂਦਾ ਹੈ ਤਾਂ ਉਹ ਪਰਸਨ ਨੂੰ ਕਲੈਕਟ ਕਰਨ ਦੀ ਜਿਹੜੀ ਆਦਤ ਹੈ ਤਾਂ ਉਹ ਪਰਸਨ ਨੂੰ ਕੀ ਕਿਹਾ ਜਾਏਗਾ ਨਿਊਮਿਸਮੈਟਿਸਟ ਹੈ ਜਿਹੜਾ ਉਹ ਕਿਹਾ ਜਾਂਦਾ ਹੈ ਤੇ ਨਿਊਮਿਸ ਤੋਂ ਤੁਸੀਂ ਯਾਦ ਰੱਖ ਲਓ ਵੀ ਨੰਬਰਿੰਗ ਜਿਹੜੀ ਆਪਣੇ ਕੋਲੇ ਨੰਬਰ ਲਿਖੇ ਹੁੰਦੇ ਆ ਨਾ ਕੋਇਨ ਦੇ ਉੱਤੇ ਸੋ ਨਿਊਮਿਸਮੈਟਿਸ ਵਰਡ ਯੂਜ਼ ਕੀਤਾ ਜਾਂਦਾ ਫॉर ਦਾ ਪਰਸਨ ਹੂ ਕਲੈਕਟਸ ਕੋਇਨਸ ਜਿਹੜਾ ਕਿ ਕੋਇਨਸ ਨੂੰ ਕਲੈਕਟ ਕਰਦਾ ਹੈ ਸਿੱਕੇ ਇਕੱਠੇ ਕਰਦਾ ਹੈ ਹਾਂਜੀ ਤਾਂ ਅੱਗੇ ਤੁਹਾਡੇ ਕੋਲੇ 4 ਨੰਬਰ ਫਰੇਜ਼ ਅ ਪੋਇਮ ਦੈਟ ਐਕਸਪ੍ਰੈਸ ਲੈਮੈਂਟ ਫॉर ਦਾ ਡੈਡ ਤਾਂ ਹੁਣ ਆਪਣੇ ਕੋਲੇ ਕੀ ਹੁੰਦਾ ਜਦੋਂ ਕਿਸੇ ਪਰਸਨ ਦੀ ਡੈਥ ਹੋ ਜਾਂਦੀ ਹੈ ਬੇਸਿਕਲੀ ਕੀ ਹੁੰਦਾ ਕਿ ਜ਼ਿਆਦਾਤਰ ਆਪਣੇ ਕੋਲੇ ਲੇਡੀਜ਼ ਹੁੰਦੀਆਂ ਜਿਹੜੀਆਂ ਉਹ ਇੱਕ ਤਰੀਕੇ ਦੇ ਗੀਤ ਜੇ ਗਾਉਂਦੀਆਂ ਹੁੰਦੀਆਂ ਜਿਨ੍ਹਾਂ ਨੂੰ ਉਹ ਬੈਂਡ ਕਹਿੰਦੇ ਨੇ ਹਨਾ ਪੰਜਾਬੀ ਚ ਆਪਾਂ ਵਰਡ ਯੂਜ਼ ਕਰ ਲੈਂਦੇ ਆ ਬੈਂਡ ਪਾਉਣੇ ਤਾਂ ਉਹ ਤੁਹਾਡੇ ਕੋਲੇ ਇੰਗਲਿਸ਼ ਦੇ ਵਿੱਚ ਤੁਸੀਂ ਵਰਡ ਯੂਜ਼ ਕਰਦੇ ਜੀ ਐਲਜੀ ਤਾਂ ਹੁਣ ਤੁਹਾਡੇ ਕੋਲੇ ਕੀ ਹੈ ਉਹ ਪੋਇਮ ਦੈਟ ਐਕਸਪ੍ਰੈਸਸ ਲੈਮੈਂਟ ਫॉर ਦਾ ਡੈਡ ਤਾਂ ਕਿਸੇ ਪਰਸਨ ਦੀ ਡੈਥ ਦੇ ਉੱਤੇ ਆਪਣਾ ਲੈਮੈਂਟ ਉਦਾਸੀ ਆਪਣੀ ਜਿਹੜੀ ਦੁੱਖ ਹੈ ਉਹ ਪ੍ਰਗਟ ਕਰਨ ਵਾਲੇ ਗਾਏ ਜਾਣ ਵਾਲੇ ਗੀਤ ਜਾਂ ਪੋਇਮ ਨੂੰ ਕੀ ਕਿਹਾ ਜਾਂਦਾ ਜੀ ਐਲਜੀ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰੋਗੇ ਐਲਜੀ ਕਿਹਾ ਜਾਂਦਾ ਨੈਕਸਟ ਫਰੇਜ਼ ਜਿਹੜੀ ਆਪਾਂ ਡਿਸਕਸ ਕਰਾਂਗੇ ਦੈਟ ਇਜ਼ 5 ਨੰਬਰ ਫਰੇਜ਼ ਇਜ਼
A person who believes that all events are predetermined and subject to fate। ਕਈ ਵਾਰ ਕੀ ਹੁੰਦਾ ਹੈ ਕੋਈ ਪਰਸਨ ਐਵੇਂ ਸੋਚ ਲੈਂਦਾ ਵੀ ਜਿਹੜਾ ਕੁਝ ਵੀ ਹੋਣਾ ਉਹ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਹੋਇਆ ਹੈ। ਮਤਲਬ ਜਿਹੜਾ ਉਹ ਪੂਰੀ ਤਰੀਕੇ ਨਾਲ ਆਪਣੀ ਫੇਟ ਦੇ ਉੱਤੇ ਕਿਸਮਤ ਦੇ ਉੱਤੇ ਡਿਪੈਂਡੈਂਟ ਹੁੰਦਾ ਵੀ ਜਿਹੜਾ ਕੁਝ ਕਿਸਮਤ 'ਚ ਲਿਖਿਆ ਉਹੀ ਚੀਜ਼ ਹੋਊਗੀ। ਤਾਂ ਉਹਨੂੰ ਕੀ ਕਿਹਾ ਜਾਏਗਾ ਉਹ ਵਰਡ ਨੂੰ ਜਿਹੜਾ ਯੂਜ਼ ਕਰੋਗੇ ਤੁਸੀਂ ਉਸ ਪਰਸਨ ਵਾਸਤੇ ਫੈਟਲਿਸਟ। ਫੇਟ ਤੋਂ ਤੁਸੀਂ ਯਾਦ ਰੱਖ ਲਓ ਕਿ ਫੇਟ ਮਤਲਬ ਕਿਸਮਤ, ਕਿਸਮਤ ਤੇ ਵਿਸ਼ਵਾਸ ਰੱਖਣ ਵਾਲਾ ਫੈਟਲਿਸਟ। ਨੈਕਸਟ ਹੈ ਜੀ 6 ਨੰਬਰ ਵਰਡ that is a person who always expects bad things to happen or something not to be successful। ਤਾਂ ਇਹੋ ਜਿਹਾ ਪਰਸਨ ਜਿਹੜਾ ਹਮੇਸ਼ਾ ਹੀ ਐਵੇਂ ਕਰੇ ਵੀ ਆਹ ਚੀਜ਼ ਵੀ ਬੁਰੀ ਹੋਊਗੀ, ਆਹ ਵੀ ਬੁਰੀ ਹੋਊਗੀ, ਮਤਲਬ ਕਦੇ ਕੋਈ ਚੰਗੀ ਚੀਜ਼ ਬਾਰੇ ਨਾ ਕਹਿੰਦਾ ਹੋਵੇ ਜਾਂ ਉਹਨੂੰ ਕੋਈ ਵੀ ਚੀਜ਼ ਚੰਗੀ ਸੋਚਣ ਦੀ ਆਦਤ ਹੀ ਨਹੀਂ ਹੈਗੀ, ਤਾਂ ਤੁਸੀਂ ਯੂਜ਼ ਕਰੋਗੇ ਉਸ ਪਰਸਨ ਵਾਸਤੇ ਪੈਸਿਮਿਸਟਿਕ, ਨਿਰਾਸ਼ਾਵਾਦੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੈਸਿਮਿਸਟ। ਤਾਂ ਪੈਸਿਮਿਸਟ ਵਰਡ ਯੂਜ਼ ਕੀਤਾ ਜਾਂਦਾ ਹੈ ਪਰਸਨ ਦੇ ਲਈ ਜੋ ਕਿ ਹਮੇਸ਼ਾ ਹੀ ਨੈਗੇਟਿਵ ਫਾਰਮ ਦੇ ਵਿੱਚ ਯੂਜ਼ ਕਰਦਾ ਹੈ, ਸੋਚਦਾ ਹੈ। ਤਾਂ a person who always expects bad things to happen or something not to be successful is called pessimist। ਤਾਂ ਉਹਨੂੰ opposite ਜੇ word ਤੁਸੀਂ ਕਹੋ ਤਾਂ optimist word use ਕੀਤਾ ਜਾਂਦਾ ਜੋ ਪਰਸਨ ਹਮੇਸ਼ਾ ਚੰਗਾ 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 ਜਿਹੜਾ ਸੋਚਦਾ ਹੈ, ਵਧੀਆ ਥਿੰਕਿੰਗ ਹੁੰਦੀ ਹੈ, ਤਾਂ ਉਹਨੂੰ optimist ਕਹਿ ਦਿੰਦੇ ਹੋ। ਅਦਰਵਾਈਜ਼ ਤੁਹਾਡੇ ਕੋਲ ਨੈਗੇਟਿਵ ਫਾਰਮ ਲਈ word use ਕੀਤਾ ਜਾਂਦਾ ਉਹ ਹੈ ਜੀ pessimist। 6 one word substitution ਆਪਾਂ ਕਲਾਸ ਦੇ ਵਿੱਚ ਡਿਸਕਸ ਕੀਤਾ ਹੈ। ਇੱਕ ਵਾਰ ਇਹਨਾਂ ਦੀ ਕੋਈ ਰਿਵੀਜ਼ਨ ਲਵਾਂਗੇ ਦੈਨ ਆਪਾਂ ਪ੍ਰੋਸੀਡ ਕਰਾਂਗੇ ਆਪਣਾ ਇਡੀਅਮ ਫਰੇਜ਼ਸ ਦਾ ਟੌਪਿਕ। ਦੇਖੋ ਜੀ one word substitution ਦੇ ਵਿੱਚ ਫਰਸਟ ਫਰੇਜ਼ ਜੋ ਆਪਾਂ ਡਿਸਕਸ ਕੀਤੀ one who is easily deceived is called gullible। next phrase is holding an office without receiving a pay is called honorary। next phrase is a person who collects coins is called a numismatist। a poem that expresses payment for the debt is called elegy। the next phrase is a person who believes that all events are predetermined and subject to fate is called a fatalist। and the next phrase that we have discussed is a person who always expects bad things to happen or something not to be successful is called pessimist। ਤੇ ਉਹਦਾ opposite word ਹੈ ਤੁਹਾਡੇ ਕੋਲੇ optimist। I hope ਤੁਹਾਡੇ 6 phrases ਜੋ ਆਪਾਂ ਡਿਸਕਸ ਕੀਤੇ ਆ one word substitution ਦੇ ਤੁਸੀਂ ਧਿਆਨ ਦੇ ਵਿੱਚ ਰੱਖੇ ਹੋਣੇ ਆ, ਯਾਦ ਹੋਣਗੇ ਤੁਹਾਡੇ ਕੋਲੇ gullible, honorary, numismatist and ਤੁਹਾਡੇ ਕੋਲੇ word elegy, fatalist and pessimist। ਨੈਕਸਟ ਦੇਖੋ ਜੀ ਆਪਣੇ ਕੋਲੇ ਟੌਪਿਕ ਹੈ ਈਡੀਅਮ ਐਂਡ ਫਰੇਜ਼ਸ ਦਾ। ਤਾਂ ਈਡੀਅਮ ਫਰੇਜ਼ਸ ਹੁੰਦੇ ਆ ਤੁਹਾਡੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਮੁਹਾਵਰੇ। ਸਟਾਰਟ ਕਰਦੇ ਆ ਮੁਹਾਵਰੇ। ਆਪਣਾ ਫਰਸਟ ਫਰੇਜ਼ ਹੈ ਜੋ ਆਪਾਂ ਦੇਖਣਾ ਹੈ ਦੈਟ ਇਜ਼ ਅਰਾਊਂਡ ਦਾ ਕਾਰਨਰ। ਅਰਾਊਂਡ ਦਾ ਕਾਰਨਰ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਕਿ ਬਹੁਤ ਜਲਦੀ ਹੋਣ ਵਾਲੀ ਹੈ, ਅਕਰਿੰਗ ਸੁਣ ਕੋਈ ਚੀਜ਼ ਹੋਣ ਵਾਲੀ ਹੈ ਜਾਂ ਲਗਭਗ ਸਿੰਪਲ ਕਹਿ ਸਕਦੇ ਹਾਂ ਬਸ ਘਟਨਾ ਹੋਣ ਵਾਲੀ ਹੈ, ਤੁਸੀਂ ਉੱਥੇ ਯੂਜ਼ ਕਰ ਲਓਗੇ ਅਰਾਊਂਡ ਦਾ ਕਾਰਨਰ ਵੀ ਮਤਲਬ ਕਾਰਨਰ ਦੇ ਉੱਤੇ ਖੜੀ ਹੈ ਕੋਈ ਚੀਜ਼ ਜਿਹੜੀ ਹੋਣ ਵਾਲੀ ਹੈ, ਸੋ ਅਕਰਿੰਗ ਸੁਣ। ਅੱਗੇ ਐਜ਼ ਦਾ ਕਰੋ ਫਲਾਈਜ਼। ਐਜ਼ ਦਾ ਕਰੋ ਫਲਾਈਜ਼ ਯੂਜ਼ ਕੀਤਾ ਜਾਂਦਾ ਹੈ ਜੀ ਸ਼ਾਰਟੈਸਟ ਰੂਟ ਵਾਸਤੇ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਸਟ੍ਰੇਟ ਰੂਟ ਵਾਸਤੇ ਤੁਸੀਂ ਇਹ ਵਾਲਾ ਫਰੇਜ਼ ਯੂਜ਼ ਕਰੋਗੇ। ਐਜ਼ ਦਾ ਕਰੋ ਫਲਾਈਜ਼ ਤੁਸੀਂ ਇਹ ਚੀਜ਼ ਜਿਹੜੀ ਦੇਖੀ ਹੋਣੀ ਹੈ ਕਿ ਜਦੋਂ ਵੀ ਕਰੋ ਜਾਂ ਫਿਰ ਆਪਾਂ ਕਾਂ ਜਾਂ ਕੋਈ ਹੋਰ ਪੰਛੀ ਨੂੰ ਵੀ ਦੇਖੀਏ ਤਾਂ ਜਦੋਂ ਉਹ ਉੱਡਦੇ ਜ਼ਿਆਦਾਤਰ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹ ਸਿੱਧਾ ਸਿੱਧਾ ਉੱਡਣ ਦੀ ਕੋਸ਼ਿਸ਼ ਕਰਦੇ ਆ। ਸੋ ਸ਼ਾਰਟੈਸਟ ਰੂਟ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਮੀਨਿੰਗ ਕੈਰੀ ਫਾਰਮ ਦੇ ਵਿੱਚ, ਤੇ ਸੈਕਿੰਡ ਤੁਹਾਡੇ ਕੋਲ ਇਹਦਾ ਮੀਨਿੰਗ ਹੋ ਸਕਦਾ ਸਟ੍ਰੇਟ ਫਾਰਵਰਡ ਹੈ ਜਿਹੜਾ ਤੁਸੀਂ ਚੱਲ ਰਹੇ ਹੋ। ਸੋ ਤੁਹਾਡਾ ਦੋ ਫਰੇਜ਼ਸ ਹੈ ਜਿਹੜੀਆਂ ਆਪਾਂ ਹੁਣ ਡਿਸਕਸ ਕੀਤੀਆਂ। ਨੈਕਸਟ ਫਰੇਜ਼ ਇਜ਼ ਅਰਾਊਂਡ ਦਾ ਕਲੌਕ। ਹੁਣ ਕਲੌਕ ਦਾ ਮੀਨਿੰਗ ਕੀ ਹੁੰਦਾ? ਕਲੌਕ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ? ਟਾਈਮ ਦੱਸਣ ਵਾਸਤੇ। ਸੋ ਅਰਾਊਂਡ ਦਾ ਕਲੌਕ ਦਾ ਮਤਲਬ ਹੋ ਗਿਆ ਪੂਰੇ ਦਾ ਪੂਰਾ ਘੜੀ ਦੇ ਸੂਈਆਂ ਸਾਰੀਆਂ ਘੁੰਮਣਗੀਆਂ ਮਤਲਬ ਡੇ ਐਂਡ ਨਾਈਟ। ਅਰਾਊਂਡ ਦਾ ਕਲੌਕ ਮੀਨਿੰਗ ਹੈ ਜੀ ਡੇ ਐਂਡ ਨਾਈਟ, ਦਿਨ ਤੋਂ ਰਾਤ। ਸੋ ਡੇ ਐਂਡ ਨਾਈਟ ਅਰਾਊਂਡ ਦਾ ਕਲੌਕ। ਅੱਗੇ ਤੁਹਾਡੇ ਕੋਲੇ 4 ਨੰਬਰ ਫਰੇਜ਼ ਦੈਟ ਇਜ਼ ਐਟ ਅ ਸਨੇਲਸ ਪੇਸ। ਤਾਂ ਸਨੇਲ ਵਰਡ ਆ ਜਿਹੜਾ ਯੂਜ਼ ਕਰ ਲੈਣਾ ਜਿਵੇਂ ਆਪਾਂ ਗੰਡੋਆ ਹੁੰਦਾ ਨਾ ਆਪਣੇ ਗੰਡੋਏ ਵਰਡ ਵਾਸਤੇ ਯੂਜ਼ ਕਰ ਲਿਆ ਜਾਂ ਜਿਹੜਾ ਰੇਂਗ ਕੇ ਚੱਲਦਾ ਉਹਨੂੰ ਵੀ ਆਪਾਂ ਸਨੇਲ ਕਹਿ ਦਿੰਦੇ ਹਾਂ। ਸੋ ਸਨੇਲ ਤੋਂ ਤੁਸੀਂ ਯਾਦ ਰੱਖਣਾ ਵੀ ਕੋਈ ਜਿਵੇਂ ਆਪਾਂ ਗੰਡੋਆ ਜਾਂ ਜੋਕ ਵਰਡ ਯੂਜ਼ ਕਰਦੇ ਆ ਤਾਂ ਉਹ ਹੁੰਦੇ ਬਹੁਤ ਹੌਲੀ ਹੌਲੀ ਚੱਲਦੇ ਆ, ਬਿਲਕੁਲ ਹੌਲੀ ਹੌਲੀ ਚੱਲਣਗੇ ਤਾਂ ਉਹਨਾਂ ਦੀ ਕੀ ਹੁੰਦੀ ਹੈ ਰਫਤਾਰ ਹੁੰਦੀ ਹੈ ਜਾਂ ਸਪੀਡ ਹੁੰਦੀ ਹੈ ਬਹੁਤ ਸਲੋ ਹੁੰਦੀ ਹੈ, ਬਹੁਤ ਸਲੋਲੀ ਉਹ ਕੰਮ ਕਰਦੇ ਆ। ਤਾਂ ਇੱਥੋਂ ਤੁਸੀਂ ਯਾਦ ਰੱਖ ਲਓ ਵੀ ਸਨੇਲ ਸਪੇਸ ਨਾਲ ਕੋਈ ਕੰਮ ਕਰ ਰਿਹਾ ਬਹੁਤ ਹੌਲੀ ਹੌਲੀ ਕੰਮ ਕਰ ਰਿਹਾ। ਡੂ ਸਮਥਿੰਗ ਵੈਰੀ ਸਲੋਲੀ, ਡੂ ਸਮਥਿੰਗ ਵੈਰੀ ਸਲੋਲੀ। ਤਾਂ ਤੁਸੀਂ ਸਨੇਲ ਤੋਂ ਯਾਦ ਰੱਖਣਾ। ਸਨੇਲ ਤੁਸੀਂ ਇੱਥੋਂ ਬਣਾ ਲਿਓ ਵੀ ਗੰਡੋਆ ਜਿਹੜਾ ਕਿ ਪਾਣੀ ਜਦੋਂ ਆਪਣੇ ਮੀਂਹ ਵਗੈਰਾ ਪੈ ਜਾਂਦੇ ਉਦੋਂ ਨਿਕਲਦੇ ਹੁੰਦੇ ਆ। ਹਾਂਜੀ ਅੱਗੇ ਤੁਹਾਡੇ ਕੋਲ 5 ਨੰਬਰ ਫਰੇਜ਼ ਦੈਟ ਇਜ਼ ਵੀਅਰ ਫਰੂਟ। ਵੀਅਰ ਫਰੂਟ। ਹੁਣ ਫਰੂਟ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਫਲ, ਤੇ ਬੀਅਰ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਨੂੰ ਵੈਸੇ ਤਾਂ ਸਹਿਣ ਕਰਨਾ ਹੁੰਦਾ। ਬੀਅਰ ਦਾ ਮਤਲਬ ਇੱਥੇ ਤੁਸੀਂ ਬੀਅਰ ਤੋਂ ਬਣਾ ਲਿਓ ਵੀ ਪੈਦਾ ਕਰਨਾ, ਠੀਕ ਹੈ। ਬੀਅਰ ਫਰੂਟ ਦਾ ਮਤਲਬ ਕਿ ਤੁਹਾਡੇ ਕੋਲੇ ਕਿਸੇ ਚੀਜ਼ ਨੂੰ ਪੈਦਾ ਕਰ ਰਹੇ ਹੋ, ਤੇ ਤੁਸੀਂ ਕੀ ਚੀਜ਼ ਪੈਦਾ ਕਰ ਰਹੇ ਹੋ? ਫਰੂਟ ਪੈਦਾ ਕਰ ਰਹੇ ਹੋ, ਤਾਂ ਚੰਗਾ ਚੀਜ਼ ਕਰ ਰਹੇ ਹੋ। ਸੋ ਪ੍ਰੋਡਿਊਸ ਪੋਜ਼ਿਟਿਵ ਰਿਜ਼ਲਟਸ ਤੁਸੀਂ ਚੂਜ਼ ਕਰੋਗੇ ਇਹ ਵਾਲੀ ਫਰੇਜ਼ ਨੂੰ। ਤਾਂ ਬੀਅਰ ਫਰੂਟ ਦਾ ਮੀਨਿੰਗ ਹੈ ਜੀ ਪ੍ਰੋਡਿਊਸ ਪੋਜ਼ਿਟਿਵ ਰਿਜ਼ਲਟ, ਚੰਗੇ ਜਿਹੜੇ ਨਤੀਜੇ ਕਿਸੇ ਚੀਜ਼ ਦੇ ਲੈ ਕੇ ਆਉਣਾ। ਅੱਗੇ 6 ਨੰਬਰ ਫਰੇਜ਼ ਦੈਟ ਇਜ਼ ਬੀ ਵਰਡਸ ਅਪਾਰਟ। ਬੀ ਵਰਡਸ ਅਪਾਰਟ। ਵਰਡ ਦਾ ਮਤਲਬ ਕੀ ਹੋ ਗਿਆ ਤੁਹਾਡਾ ਸੰਸਾਰ ਹੋ ਗਿਆ, ਵਰਡ ਹੋ ਗਿਆ। ਪਾਰਟ ਦਾ ਮਤਲਬ ਹੁੰਦਾ ਦੂਰ ਦੂਰ ਹੋਣਾ, ਮਤਲਬ ਕੋਈ ਚੀਜ਼ ਜਿਹੜੀ ਕਿ ਬਹੁਤ ਜ਼ਿਆਦਾ ਇੱਕ ਦੂਜੇ ਤੋਂ ਡਿਫਰੈਂਟ ਹੈ। ਵੀ ਵਰਡਸ ਅਪਾਰਟ, ਬੀ ਵੈਰੀ ਡਿਫਰੈਂਟ। ਹਾਂਜੀ ਤਾਂ ਆਪਾਂ 6 ਫਰੇਜ਼ਸ ਜਿਹੜੀਆਂ ਡਿਸਕਸ ਕੀਤੀਆਂ ਆਪਣੇ ਈਡੀਅਮਸ ਦੇ ਵਿੱਚ। ਇੱਕ ਵਾਰ ਕੁਇਕ ਰਿਵੀਜ਼ਨ ਲਵਾਂਗੇ ਦੈਨ ਆਪਾਂ ਕਰਾਂਗੇ ਆਪਣੇ ਸਪੈਲਿੰਗ ਐਰਰਸ।
देखो जी, फर्स्ट फ्रेज जो अपन डिस्कस की दैट इज अराउंड द कॉर्नर, मीनिंग होता है कोई चीज ਜਿਹੜੀ बहुत जल्दी होने वाली है, occurring soon। नेक्स्ट इज एज द crow flies, मीनिंग है शॉर्टेस्ट रूट और द स्ट्रेट फॉरवर्ड, ਤੁਸੀਂ यूज कर सकते हो। नेक्स्ट फ्रेज इज अराउंड द क्लॉक, मीनिंग है डे एंड नाइट। एंड द नेक्स्ट इज एट अ snail's pace, मीनिंग डू समथिंग वेरी स्लोली, कोई काम ਜਿਹੜਾ बहुत स्लोली स्लोली चल रहा है, हौली हौली चल रहा है। नेक्स्ट इज bear fruit, मीनिंग है प्रोड्यूस पॉजिटिव रिजल्ट्स। be words apart, मीनिंग is be very डिफरेंट। आई होप ਤੁਹਾਡਾ ਜਿਹੜਾ ਇਹ ਕਨਸੈਪਟ ਕਲੀਅਰ ਹੋ ਗਿਆ। ਇਡੀਅਮ ਫਰੇਜ਼ਸ ਜਿਹੜੇ ਤੁਸੀਂ ਚੰਗੇ ਤਰੀਕੇ ਨਾਲ ਜਿਹੜੇ ਉਹ ਦੇਖੇ ਹੋਣਗੇ। ਹੁਣ ਆਪਾਂ ਨੈਕਸਟ ਟੌਪਿਕ ਜਿਹੜਾ ਕਰ ਰਹੇ ਹਾਂ ਦੈਟ ਇਜ਼ ਸਪੈਲਿੰਗ ਐਰਰਸ, ਜਾਂ ਫਿਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਮਿਸ ਸਪੈਲ। ਇਸ ਤੋਂ ਬਾਅਦ ਆਪਾਂ ਟੌਪਿਕ ਕਰਾਂਗੇ ਆਪਣਾ ਸਿਨੋਨਿਮ ਐਂਟੀਨਮ ਦਾ। ਸਭ ਤੋਂ ਪਹਿਲਾਂ ਸਪੈਲਿੰਗ ਐਰਰਸ ਡਿਸਕਸ ਕਰਾਂਗੇ। ਹਾਂਜੀ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸਪੈਲਿੰਗ ਐਰਰ ਦੇ ਕੁਐਸਚਨ ਆ ਜਿਹੜੇ ਕਿਸ ਤਰੀਕੇ ਨਾਲ ਪੁੱਛੇ ਜਾਂਦੇ, ਬਿਕਾਜ਼ ਆਪਾਂ ਪਿੱਛੇ ਜਿਹੜੀਆਂ ਕਲਾਸਿਸ ਦੇ ਵਿੱਚ ਸਪੈਲਿੰਗ ਐਰਰ ਦੇ ਕੁਐਸਚਨ ਆ ਜਿਹੜੇ ਉਹ ਸੋਲਵ ਕੀਤੇ। ਦੇਖੋ ਇਹ ਤੁਹਾਡਾ ਫਰਸਟ ਕੁਐਸਚਨ, ਮਿਸਸਪੈਲਡ। चार ऑप्शंस ने चेक करोगे कि केड़ा वर्ड ਤੁਹਾਡੇ ਕੋਲੇ ਮਿਸਸਪੈਲਡ ਹੈ, मीनिंग है ਤੁਹਾਡੇ ਕੋਲੇ गलत यूज ਕੀਤਾ ਹੋਇਆ ਹੈ, गलत है ਜਿਹੜਾ ਆਪਣੇ ਕੋਲੇ ਲਿਖਿਆ ਹੋਇਆ ਹੈ, ਲੈਟਰ ਹੈ ਜਿਹੜੇ ਉਹ ਸਹੀ ਨਹੀਂ ਹੈ। ਫਰਸਟ ਹੈ ਤੁਹਾਡੇ ਕੋਲੇ ਆਊਟਕਮ, ਆਊਟਕਮ। ਨੈਕਸਟ ਇਜ਼ ਸਪੈਸੀਫਿਕ, ਦੈਨ ਇਜ਼ ਸੈਪਰੇਟ ਐਂਡ ਦ ਲਾਸਟ ਇਜ਼ ਹੈਲਪਫੁਲ। ਹੁਣ ਚੈੱਕ ਕਰੋ ਕਿਹੜੇ ਵਰਡ ਦੇ ਤੁਹਾਡੇ ਕੋਲੇ ਸਪੈਲਿੰਗ ਸਹੀ ਨਹੀਂ ਹੈ। ਆਊਟਕਮ ਤਾਂ ਸਹੀ ਹੈ, मतलब कि ਹੁੰਦਾ ਕਿਸੇ ਚੀਜ਼ ਦਾ ਰਿਜ਼ਲਟ ਹੋਣਾ। ਨੈਕਸਟ ਸਪੈਸੀਫਿਕ, ਇਹਦਾ ਮਤਲਬ ਹੁੰਦਾ ਕੋਈ ਚੀਜ਼ ਹੈ ਜਿਹੜੀ ਆਪਾਂ ਕਹਿੰਦੇ ਨੇ ਰੇਅਰ ਜੀ ਹੋਣੀ, ਸਪੈਸੀਫਿਕ ਹੋਣਾ, ਰੇਅਰ ਹੋਣਾ, ਖਾਸ ਹੋਣਾ। ਨੈਕਸਟ ਇਜ਼ ਸਪਰੇਟ, मतलब ਕਿ ਹੁੰਦਾ ਅਲੱਗ, ਅਲੱਗ-ਅਲੱਗ ਡਿਫਰੈਂਟ। ਤੁਸੀਂ ਸਪੈਲਿੰਗ ਚੈੱਕ ਕਰ ਲਿਓ। ਹੈਲਪਫੁਲ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਦਾ ਮਦਦਗਾਰ ਕਰਨਾ। ਹੁਣ ਚੈੱਕ ਕਰੋ ਤੁਹਾਡੇ ਕੋਲੇ ਕਿਹੜੇ ਵਾਲੇ ਵਰਡ ਦੀ ਸਪੈਲਿੰਗ ਗਲਤ ਨਹੀਂ। ਆਂਸਰ ਆਏਗਾ ਤੁਹਾਡਾ ਸੀ। ਸਪਰੇਟ ਦੀ ਸਪੈਲਿੰਗ ਸਹੀ ਹੈ, ਸਹੀ ਨਹੀਂ ਹੈ ਤਾਂ ਕੀ ਹੁੰਦਾ ਤੁਹਾਡੇ ਕੋਲ ਸਪਰੇਟ ਦੀ ਸਪੈਲਿੰਗ CSEPARATE, ए यूज की जाती है, ई यूज नहीं होंगी तो रॉन्ग सी ਤੁਹਾਡੇ ਕੋਲ SEPE यूज नहीं होएगा, SEPARATE ਜਿਹੜਾ ਤੁਸੀਂ यूज ਕਰੋਗੇ। ਸੋ ਪੀ ਜਿਹੜਾ ਤੁਹਾਡਾ ਆਨਸਰ ਹੈ ਜੋ ਤੁਸੀਂ ਮਾਰਕ ਕਰਨਾ ਸੀ। ਨੈਕਸਟ ਹੈ ਜੀ ਤੁਹਾਡੇ ਕੋਲੇ 2 ਨੰਬਰ क्वेश्चन दैट इज सिलेक्ट द मिसस्पेल्ड वर्ड। अगेन चेक करोगे कि ਕਿਹੜਾ ਤੁਹਾਡੇ ਕੋਲੇ वर्ड रॉन्ग यूज ਕੀਤਾ ਹੋਇਆ, रॉन्ग ਹੈ ਜਿਹੜਾ ਉਹ ਲਿਖਿਆ ਹੋਇਆ। ਸਭ ਤੋਂ ਪਹਿਲਾ वर्ड ਹੈ ਤੁਹਾਡੇ ਕੋਲੇ ਕਮੇਟੀ। ਕਮੇਟੀ ਦਾ ਤੁਹਾਨੂੰ ਪਤਾ ਹੀ ਹੋਣਾ, ਕਮੇਟੀ ਕੀ ਹੁੰਦੀ ਹੈ, ਇੱਕ ਮੰਡਲੀ ਹੁੰਦੀ ਹੈ। ਨੈਕਸਟ वर्ड इज कांग्रीगेशन, नेक्स्ट इज डिपार्टमेंट एंड द लास्ट इज गवर्नमेंट। ਤਾਂ ਹੁਣ ਤੁਸੀਂ वर्ड ਸੁਣਿਆ, ਕਮੇਟੀ वर्ड ਤੁਸੀਂ ਸੁਣਿਆ ਹੋਣਾ। ਡਿਪਾਰਟਮੈਂਟ वर्ड ਆਪਾਂ ਬਹੁਤ ਯੂਜ਼ ਕਰਦੇ ਹਾਂ, ਡਿਪਾਰਟਮੈਂਟ ਤੁਸੀਂ ਸੁਣਿਆ, ਗਵਰਨਮੈਂਟ वर्ड ਹੈ ਜਿਹੜਾ ਤੁਸੀਂ ਸੁਣਿਆ। ਤਾਂ ਹੁਣ ਇਹਨਾਂ ਦੀ ਸਪੈਲਿੰਗ ਚੈੱਕ ਕਰੋ। कमेटी की स्पेलिंग की सही है, COMMITTE, हाँ जी बिल्कुल सही है। नैक्सट डिपार्टमेंट की स्पेलिंग तुसीं चेक करनी है, डिपार्टमेंट, ये भी सही है। गवर्नमेंट ये भी तुहाडी स्पेलिंग बिल्कुल सही है। तो हुण तुहाडे कोल जिहड़ा वर्ड कांग्रीगेशन है इहदी स्पेलिंग रॉन्ग यूज कीते होए। कांग्रीगेशन यूज किया जाता है CONGREGATION, जी ए ਹੁੰਦਾ जी ई ਦਾ यूज नहीं ਹੁੰਦਾ, ਕਾਂਗਰੀਗੇਸ਼ਨ ਹੁੰਦਾ। ਹੁਣ ਕਾਂਗਰੀਗੇਸ਼ਨ ਦਾ ਮਤਲਬ ਕੀ ਹੁੰਦਾ, ਜਦੋਂ ਆਪਾਂ ਕਈ ਵਾਰ ਕਿਸੇ ਮੰਦਿਰ ਵਗੈਰਾ ਚ ਨਹੀਂ ਜਾਂਦੇ, ਮੰਦਿਰ ਦੇ ਹੋ ਗਿਆ ਜਾਂ ਚਰਚ ਵਗੈਰਾ ਦੇ ਵਿੱਚ, ਤਾਂ ਉੱਥੇ ਜਿਹੜਾ ਪੂਜਾ ਕਰਨ ਦੇ ਲਈ ਇੱਕ ਮੰਡਲੀ ਹੁੰਦੀ ਹੈ, ਪੂਜਾ ਮੰਡਲੀ ਹੁੰਦੀ ਹੈ ਜਿਹੜੀ, ਉਹਨੂੰ ਕਿਹਾ ਜਾਂਦਾ ਹੈ ਕਾਂਗਰੀਗੇਸ਼ਨ। ਇਹ ਜਿਹੜਾ ਤੁਸੀਂ ਵਰਡ ਯਾਦ ਰੱਖਣਾ ਹੈ, ਆਪਾਂ ਜਿਹੜਾ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਵੀ ਇਹਨੂੰ ਡਿਸਕਸ ਕਰਾਂਗੇ। ਸੋ ਕਾਂਗਰੀਗੇਸ਼ਨ ਦਾ ਮੀਨਿੰਗ ਕੀ ਹੁੰਦਾ ਹੈ, ਜਦੋਂ ਤੁਸੀਂ ਪੂਜਾ ਮੰਡਲੀ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਯੂਜ਼ ਕਰੋਗੇ ਕਾਂਗਰੀਗੇਸ਼ਨ। ਨੈਕਸਟ ਤੇ ਥਰਡ ਨੰਬਰ ਕੁਐਸਚਨ, ਅਗੇਨ ਕਰੈਕਟਲੀ ਸਪੈਲਡ ਵਰਡ ਹੈ ਜਿਹੜਾ ਤੁਸੀਂ ਫਾਈਂਡ ਆਊਟ ਕਰਨਾ ਹੈ। ਪਹਿਲੇ ਦੋ ਕੁਐਸਚਨ ਸੀ ਆਪਣੇ ਮਿਸ ਸਪੈਲਡ ਦੇ ਉੱਤੇ, ਇਹ ਤੁਹਾਡੇ ਕੋਲੇ ਤੁਸੀਂ ਚੈੱਕ ਕਰੋਗੇ ਚਾਰ ਆਪਸ਼ਨ ਦੇ ਵਿੱਚੋਂ ਕਿਹੜਾ ਆਪਸ਼ਨ ਤੁਹਾਡਾ ਕਰੈਕਟ ਸਪੈਲਿੰਗ ਹੈ। ਹਾਂਜੀ, फर्स्ट इज अकोमोडेट, सेकंड इज बिजनेस, थर्ड इज ओकेजन एंड फोर्थ इज नेसेसरी। सब तो पहले चेक करो अकोमोडेट स्पेलिंग की सही नहीं, ACCO ਹੁੰਦਾ है, सिंगल M नहीं ਹੁੰਦਾ, इट मींस ये तो रॉन्ग होगा। अगे देखोगे बिजनेस, बिजनेस ਦੇ ਵਿੱਚ S ਡਬਲ ਪੈਨਿੰਗ ਹੁੰਦੀ ਹੈ, ਸਿੰਗਲ ਯੂਜ਼ ਕੀਤੀ ਹੈ, ਇਟ ਮੀਨਸ ਇਹ ਵੀ ਰॉन्ग। ਅੱਗੇ ਤੁਹਾਡੇ ਕੋਲੇ ਓਕੇਜ਼ਨ, ਇਹ ਆਪਾਂ ਫਰਸਟ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ, ਤੇ ਓਕੇਜ਼ਨ ਦੀ ਸਪੈਲਿੰਗ ਤੁਹਾਡੇ ਕੋਲੇ ਕੀ ਹੁੰਦੀ ਹੈ, OCCASION ਹੁੰਦੀ ਹੈ, ਡਬਲ S ਦਾ ਯੂਜ਼ ਨਹੀਂ ਹੁੰਦਾ, ਇਟ ਮੀਨਸ ਇਹ ਵੀ ਰॉन्ग ਹੋਗਾ। ਲਾਸਟ ਆਪਸ਼ਨ ਤੁਹਾਡੇ ਕੋਲੇ ਇੱਕੋ ਰਹੇਗੀ ਤਾਂ ਤੁਸੀਂ ਡੀ ਟਿਕ ਕਰ ਦੋਗੇ। ਸੈਕੰਡ ਤੁਸੀਂ ਚੈੱਕ ਵੀ ਕਰੋ ਨੈਸੈਸਰੀ ਦਾ ਸਪੈਲਿੰਗ, NECESSARY, ਸੋ ਇਹ ਸਹੀ ਹੈ। ਨੈਸੈਸਰੀ ਮਤਲਬ ਕਿ ਕਿਸੇ ਚੀਜ਼ ਦਾ ਲੋੜੀਂਦਾ ਹੋਣਾ। ਅਕੋਮੋਡੇਟ ਗੈਦਰ ਕਰਨਾ, ਇਕੱਠਾ ਕਰਨਾ। ਬਿਜ਼ਨਸ ਤੁਹਾਨੂੰ ਪਤਾ ਹੈ, ਓਕੇਜ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਮੌਕਾ। ਨੈਕਸਟ ਤੁਹਾਡੇ ਕੋਲ ਨੈਸੈਸਰੀ ਦਾ ਮਤਲਬ ਹੁੰਦਾ ਕੰਪਲਸਰੀ, ਲੋੜੀਂਦਾ। आई होप ਤੁਹਾਡੇ ਮਿਸਸਪੈਲਡ ਜਿਹੜੇ ਕਲੀਅਰ ਹੋਣਗੇ। ਅੱਗੇ ਦੇਖਾਂਗੇ ਆਪਾਂ ਕੁਝ ਸਿਨੋਨਿਮ ਐਂਟੀਨਿਮ ਡਿਸਕਸ ਕਰਾਂਗੇ। ਹਾਂਜੀ, ਤਾਂ ਫਰਸਟ ਸਿਨੋਨਿਮ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਦੈਟ ਇਜ਼ वर्ड gloomy। gloomy ਦਾ ਮਤਲਬ ਹੁੰਦਾ ਹੈ ਉਦਾਸ ਹੋਣਾ, ਉਦਾਸ ਦਾ ਮਤਲਬ ਹੁੰਦਾ ਤੁਹਾਡੇ ਕੋਲੇ gloomy। ਤਾਂ ਸਿਨੋਨਿਮ ਨੇ ਤੁਹਾਡੇ ਕੋਲੇ depressed, unhappy, dull। ਜਿਹੜੇ ਤੁਹਾਡੇ ਕੋਲ ਸਿਨੋਨਿਮ वर्ड ਆ ਗਏ ਕਿਹੜੇ ਦੇ, ਉਦਾਸ ਦੇ ਜਾਂ ਫਿਰ gloomy ਦੇ। ਆਪੋਜ਼ਿਟ ਆ ਜਾਣਗੇ ਜਦੋਂ ਤੁਸੀਂ ਖੁਸ਼ ਹੋ, ਮਤਲਬ ਬ੍ਰਾਈਟ, ਚੀਅਰਫੁਲ, ਹੈਪੀ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ। ਨੈਕਸਟ ਵਰਡ ਹੈ ਜੀ ਹਜ਼ਾਰਡਸ। ਹਜ਼ਾਰਡਸ ਵਰਡ ਹੁਣ ਤੁਸੀਂ ਦੇਖਿਆ ਹੀ ਹੋਣਾ, ਜਦੋਂ ਆਪਣਾ ਇੰਡੀਆ ਪਾਕ ਦੀ ਜਿਹੜਾ ਆਪਾਂ ਕਹਿ ਸਕਦੇ ਹਾਂ ਇੱਕ ਬਹੁਤ ਵਾਰੀ ਸਿਚੁਏਸ਼ਨ ਸੀ, ਤਾਂ ਉੱਥੇ ਹਜ਼ਾਰਡਸ ਤੁਸੀਂ ਵਰਡ ਹੈ ਜਿਹੜਾ ਬਹੁਤ ਸੁਣਿਆ ਹੋਣਾ ਹੈ।
मीनिंग की ਹੁੰਦਾ ਹਜ਼ਾਰਡਸ ਦਾ ਜਿਹੜੀ ਚੀਜ਼ ਖਤਰਨਾਕ ਹੋਵੇ ਤਾਂ ਖਤਰਨਾਕ ਵਾਕ ਤੁਸੀਂ ਯੂਜ਼ ਕਰਦੇ ਹੋ ਹਜ਼ਾਰਡਸ ਦਾ ਤੇ ਮੀਨਿੰਗ ਹੈ ਤੁਹਾਡੇ ਕੋਲੇ ਸਿਨੋਨਿਮ ਵਰਡ ਨੇ ਡੇਂਜਰਸ ਐਂਡ ਰਿਸਕੀ ਆਪੋਜ਼ਿਟ ਵਰਡ ਹੋ ਜਾਣਗੇ which is safe ਹੈ ਸਿਕਿਉਰ ਹੈ ਸੋ ਸਿਕਿਉਰ ਐਂਡ ਸੇਫ ਤੁਹਾਡੇ ਕੋਲੇ ਆਪੋਜ਼ਿਟ ਵਰਡ ਨੇ ਹਜ਼ਾਰਡਸ ਦੇ ਨੈਕਸਟ ਵਰਡ ਇਜ਼ ਇਲਿਸਿਟ ਇਲਿਸਿਟ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਗੈਰ ਕਾਨੂੰਨੀ ਇਲੀਗਲ ਹੁੰਦਾ ਹੈ ਕਿ ਇਲਿਸਿਟ ਹੁੰਦਾ ਹੁਣ ਇਲਿਸਿਟ ਧਿਆਨ ਦੇ ਵਿੱਚ ਰੱਖਣਾ ਕਿ ਇਲਿਸਿਟ ਦਾ ਮੀਨਿੰਗ ਕੀ ਹੈ ਤੁਹਾਡੇ ਕੋਲੇ ਜਿਹੜੀ ਚੀਜ਼ ਗੈਰ ਕਾਨੂੰਨੀ ਹੋਵੇ ਸੋ ਇਲਿਸਿਟ ਦੇਖੋ ਜੀ ਸਪੈਲਿੰਗ ਕੀ ਨੇ ਤੁਹਾਡੇ ਕੋਲੇ ILLICIT ਬਿਕੋਜ਼ ਇਹ ਸਪੈਲਿੰਗ ਕਿਉਂ ਕਰਾਈ ਜਾ ਰਹੀ ਹੈ ਕਿਉਂਕਿ ਸਪੈਲਿੰਗ ਐਰਰ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ ਇਲਿਸਿਟ ਵਰਡ ਹੈ ਜਿਹੜਾ ਤੁਹਾਡੇ ਕੋਲੇ ਸਪੈਲਿੰਗ ਦੇ ਵਿੱਚ ਪੁੱਛਿਆ ਹੋਇਆ ਹੈ ਸੋ ਸਪੈਲਿੰਗ ਧਿਆਨ ਦੇ ਵਿੱਚ ਜਿਹੜਾ ਤੁਸੀਂ ਯਾਦ ਰੱਖਣੇ ਦੇਖੋ ਜੀ ਇਲਿਸਿਟ ਦਾ ਮੀਨਿੰਗ ਹੁੰਦਾ ਗੈਰ ਕਾਨੂੰਨੀ ਸਿਨੋਨਿਮ ਕੀ ਹੈ ਤੁਹਾਡੇ ਕੋਲੇ ਇਲੀਗਲ ਆਪਣੇ ਕੋਲੇ ਅਨਲॉफुल ਜਿਹੜੀ ਚੀਜ਼ ਗੈਰ ਕਾਨੂੰਨੀ ਅਨਲॉफुल ਕਹਿ ਸਕਦੇ ਹੋ ਤੇ ਇਲੀਗਲ ਕਹਿ ਸਕਦੇ ਹੋ ਆਪੋਜ਼ਿਟ ਕੀ ਆ ਜਾਣਗੇ ਕੋਈ ਚੀਜ਼ ਲॉफुल ਹੈ ਤੇ ਲੀਗਲ ਹੈ ਲੀਗਲ ਔਰ ਲॉफुल ਤੁਹਾਡੇ ਕੋਲ ਕੀ ਆ ਜਾਣਗੇ ਆਪੋਜ਼ਿਟ ਵਰਡਸ ਆ ਜਾਣਗੇ ਇਲਿਸਿਟ ਦੇ ਨੈਕਸਟ ਹੈ ਜੀ ਵਰਡ ਜੋਵੀਅਲ ਜੋਵੀਅਲ ਦਾ ਮਤਲਬ ਕੀ ਹੁੰਦਾ ਬਹੁਤ ਖੁਸ਼ੀ ਦੇ ਵਿੱਚ ਹੋਣਾ ਖੁਸ਼ ਮਿਜਾਜ ਹੋਣਾ ਸੋ ਖੁਸ਼ ਅੱਗੇ ਤੁਹਾਡੇ ਕੋਲ ਸਿਨੋਨਿਮ ਵਰਡਸ ਦੈਟ ਇਜ਼ ਜੋਇਸ ਮਿਰਥਫੁਲ ਔਰ ਚੀਰਫੁਲ ਸਿਨੋਨਿਮਸ ਆਰ joyous mirthful and cheerful opposite words ਨੇ ਜੋ ਆਪਾਂ ਡਿਸਕਸ ਕੀਤਾ ਪਿੱਛੇ ਜਿਵੇਂ gloomy word ਆਪਾਂ ਡਿਸਕਸ ਕੀਤਾ gloomy ਦਾ ਮਤਲਬ ਹੁੰਦਾ ਉਦਾਸ ਹੋਣਾ ਸੇਮ ਹੀ ਤੁਸੀਂ depressed word ਇੱਥੇ ਯੂਜ਼ ਕਰ ਸਕਦੇ ਹੋ sorrowful cheerless ਤੇ unhappy ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਇਹ ਕੀ ਆ ਜਾਣਗੇ ਐਂਟੀਨਮਸ ਆ ਜਾਣਗੇ word jovial ਦੇ ਨੈਕਸਟ ਵਰਡ ਹੈ ਜੀ ਤੁਹਾਡੇ ਕੋਲੇ ਕੀਨ ਕੀਨ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਉਤਸੁਕ ਹੋਣਾ ਉਤਸੁਕ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਵਰਡ ਕੀਨ ਦਾ ਸੋ ਕੀਨ ਇੰਟਰਸਟ ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਆ तो सिनोनिम क्या आ जाएंगे ਤੁਹਾਡੇ ਕੋਲੇ enthusiastic और eager eager and enthusiastic are synonyms of the word keen and the opposite words are blunt dull insensitive ਤੇ ਇਹ ਤੁਹਾਡੇ ਕੋਲ ਆ ਜਾਣਗੇ opposite word ਕੀ ਹੈ keen ਦੇ ਅੱਗੇ ਤੁਹਾਡੇ next word that is lethargy lethargy ਦਾ ਮਤਲਬ ਹੁੰਦਾ ਹੈ ਸੁਸਤੀ ਸੁਸਤੀ ਵਾਸਤੇ ਯੂਜ਼ ਕਰ ਲੈਣਾ ਜਾਂ ਤੁਸੀਂ ਕਹਿ ਸਕਦੇ ਹੋ ਆਲਸਪਣਾ ਜਿਹੜਾ ਤੁਹਾਡੇ ਕੋਲੇ ਹੋਵੇ ਤਾਂ ਤੁਸੀਂ lethargy word ਯੂਜ਼ ਕਰੋਗੇ ਆਲਸ ਵਾਸਤੇ ਸੋ ਸੁਸਤੀ ਆਲਸ drowsy and habitude ਹੈ ਜਿਹੜੇ ਤੁਹਾਡੇ synonym ਨੇ opposite words are bigger or attention ਸੋ bigger ਤੁਹਾਡਾ ਪੇਪਰ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ ਤਾਂ bigger ਧਿਆਨ ਦੇ ਵਿੱਚ ਰੱਖਣਾ ਹੈ bigger ਦੇ ਸਪੈਲਿੰਗ ਅਗੇਨ ਤੁਹਾਡੇ ਯਾਦ ਹੋਣੇ ਚਾਹੀਦੇ ਆ ਤੇ bigger ਦਾ ਮੀਨਿੰਗ ਕੀ ਹੁੰਦਾ ਤੁਹਾਡੇ ਕੋਲੇ ਕੋਈ ਪਰਸਨ ਜਿਹੜਾ ਬਹੁਤ ਜ਼ਿਆਦਾ ਅਟੈਂਟਿਵ ਹੈ ਜਾਗਰੂਕ ਹੈ ਧਿਆਨ ਜਿਹੜਾ ਹੈਗਾ ਕਿਸੇ ਚੀਜ਼ ਦੇ ਵੱਲ ਵਧੀਆ ਤਰੀਕੇ ਨਾਲ ਰੱਖ ਰਿਹਾ ਤਾਂ ਤੁਸੀਂ bigger ਦਾ ਯੂਜ਼ ਕਰੋਗੇ ਸੁਸਤ ਜਿਹੜਾ ਹੈਗਾ ਤੁਹਾਡੇ ਕੋਲੇ lethargy ਦਾ ਇਹ ਆਪੋਜ਼ਿਟ ਵਰਡ ਹੈ ਇੱਕ ਵਾਰ ਕੁਇਕ ਰਿਵੀਜ਼ਨ ਲਵਾਂਗੇ ਦੈਨ ਆਪਾਂ ਡਿਸਕਸ ਕਰਦੇ ਹਾਂ ਆਪਣੇ ਕੁਝ ਪ੍ਰੈਕਟਿਸ ਕੁਐਸਚਨ ਹਾਂਜੀ तो वर्ड अपना फर्स्ट ਸੀਗਾ gloomy gloomy ਦਾ ਮਤਲਬ ਹੁੰਦਾ ਉਦਾਸ ਦੈਨ ਆਪਾਂ ਡਿਸਕਸ ਕੀਤਾ hazardous ਮੀਨਿੰਗ ਹੈ ਜੀ ਤੁਹਾਡਾ ਖਤਰਨਾਕ ਨੈਕਸਟ ਵਰਡ ਇਜ਼ illicit ਮੀਨਿੰਗ ਹੁੰਦਾ ਗੈਰ ਕਾਨੂੰਨੀ ਨੈਕਸਟ ਇਜ਼ jovial ਮੀਨਿੰਗ ਹੈ ਖੁਸ਼ ਔਰ ਦੈਨ ਵੀ ਹੈਵ ਡਿਸਕਸ ਦਾ ਵਰਡ keen ਮੀਨਿੰਗ ਹੈ ਉਤਸੁਕ ਹੋਣਾ ਅੱਗੇ lethargy lethargy ਦਾ ਮੀਨਿੰਗ ਹੈ ਜੀ ਸੁਸਤੀ ਤਾਂ ਸੋ ਆਈ ਹੋਪ ਤੁਹਾਡੇ ਜਿਹੜੇ 6 ਵਰਡ ਆਪਾਂ ਡਿਸਕਸ ਕੀਤੇ ਆ ਸਿਨੋਨਿਮ ਐਂਟੋਨਿਮ ਦੇ ਕਲੀਅਰ ਹੋ ਗਏ ਹੋਣਗੇ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤੇ ਵਨ ਵਰਡ ਸਬਸਟੀਟਿਊਸ਼ਨ ਇਡੀਅਮ ਫਰੇਜ਼ਸ ਮਿਸਸਪੈਲਡ ਜਾਂ ਫਿਰ ਸਪੈਲਿੰਗ ਐਰਰਸ ਐਂਡ the last we have discussed synonyms and antonyms ਹੁਣ ਤੁਸੀਂ ਕਰੋਗੇ ਪ੍ਰੈਕਟਿਸ ਕੁਐਸਚਨ ਜਿਵੇਂ ਕਿ ਆਪਣੀ ਐਸ ਯੂਜ਼ੁਅਲ ਹਰ ਇੱਕ ਕਲਾਸ ਦੇ ਵਿੱਚ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਕਰਦੇ ਹੁੰਦੇ ਆ ਵੋਕੈਬ ਦੇ ਪੋਰਸ਼ਨ ਦੇ ਕੁਝ ਕੁ ਵਰਡ ਜਾਂ ਇਸ ਤੋਂ ਬਾਅਦ ਆਪਾਂ ਕਰਦੇ ਹੁੰਦੇ ਆ ਪ੍ਰੈਕਟਿਸ ਕੁਐਸਚਨ ਵੀ ਕਿਸ ਤਰੀਕੇ ਨਾਲ ਪੇਪਰ ਦੇ ਵਿੱਚ ਵਰਡ ਹੈ ਜਿਹੜੇ ਉਹ ਪੁੱਛੇ ਜਾਂਦੇ ਦੇਖੋ ਜੀ ਫਰਸਟ ਕੁਐਸਚਨ ਹੈ ਜਿਹੜਾ ਤੁਹਾਡੇ ਲਈ ਸਿਲੈਕਟ ਦਾ ਮੋਸਟ ਐਪਰੋਪ੍ਰੀਏਟ ਸਿਨੋਨਿਮ ਆਫ ਦਾ ਗਿਵਨ ਵਰਡ ਦਾ ਵਰਡ ਹੈ ਤੁਹਾਡੇ ਕੋਲੇ ਹਜ਼ਾਰਡਸ ਦਾ ਇਹਦਾ ਤੁਸੀਂ ਫਾਈਂਡ ਆਊਟ ਕਰਨਾ ਹੈ ਸਿਨੋਨਿਮ ਮਤਲਬ ਸਮਾਨਾਰਥੀ ਸ਼ਬਦ ਸੇਮ ਮੀਨਿੰਗ ਦਾ ਵਰਡ ਹੈ ਜਿਹੜਾ ਤੁਸੀਂ ਫਾਈਂਡ ਆਊਟ ਕਰੋਗੇ ਹਜ਼ਾਰਡਸ ਹਜ਼ਾਰਡਸ ਦਾ ਮੀਨਿੰਗ ਆਪਾਂ ਕੀ ਦੇਖਿਆ ਕੀ ਹੁੰਦਾ ਹਜ਼ਾਰਡਸ ਦਾ ਮੀਨਿੰਗ ਕੋਈ ਚੀਜ਼ ਜਿਹੜੀ ਕਿ ਖਤਰਨਾਕ ਹੈ ਤਾਂ ਖਤਰਨਾਕ ਵਾਕ ਤੁਸੀਂ ਹਜ਼ਾਰਡਸ ਵਰਡ ਯੂਜ਼ ਕਰਦੇ ਹੋ ਹਜ਼ਾਰਡਸ ਦਾ ਮੀਨਿੰਗ ਹੈ ਖਤਰਨਾਕ ਹੁਣ ਇਹਦਾ ਚੈੱਕ ਹੀ ਕਰਨਾ ਤੁਸੀਂ ਸਿਨੋਨਿਮ ਮਤਲਬ ਕਿ ਸੇਮ ਮੀਨਿੰਗ ਦਾ ਵਰਡ ਚੈੱਕ ਕਰਨਾ ਸਰਟੇਨ ਸਿਕਿਉਰ ਬਲਕਿ ਔਰ ਰਿਸਕੀ ਕੀ ਆਏਗਾ ਆਨਸਰ ਰਿਸਕੀ ਵਰਡ ਹੈ ਜਿਹੜਾ ਤੁਸੀਂ ਆਨਸਰ ਟਿਕ ਕਰੋਗੇ ਰਿਸਕੀ ਹੈ ਜਿਹੜਾ ਉਹਦਾ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਤੁਹਾਡਾ ਸਕਰੀਨ ਦੇ ਉੱਤੇ ਜੋ ਤੁਸੀਂ ਦੇਖ ਰਹੇ ਹੋ ਸਿਲੈਕਟ ਦਾ ਮੋਸਟ ਐਪਰੋਪ੍ਰੀਏਟ ਐਂਟੀਨਮ ਆਫ ਦਾ ਗਿਵਨ ਵਰਡ ਚੈੱਕ ਕਰੋਗੇ ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲ ਐਂਟੀਨਮ ਹੈ ਆਪੋਜ਼ਿਟ ਮੀਨਿੰਗ ਦਾ ਆਪੋਜ਼ਿਟ ਮੀਨਿੰਗ ਹੈ ਵਰਡ ਕੀਨ ਦਾ ਤਾਂ ਹੁਣ ਕੀਨ ਦਾ ਮਤਲਬ ਕੀ ਹੁੰਦਾ ਹੈ ਕੀਨ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਉਤਸੁਕਤਾ ਦੇ ਨਾਲ ਦੇਖਣਾ ਬਹੁਤ ਧਿਆਨ ਦੇ ਨਾਲ ਕੋਈ ਕੰਮ ਕਰਨਾ ਤੁਸੀਂ ਆਪੋਜ਼ਿਟ ਕਰਨਾ ਮਤਲਬ ਤੁਸੀਂ ਕੀ ਹੋ ਰਹੇ ਹੋ ਕਿਸੇ ਚੀਜ਼ ਵੱਲ ਧਿਆਨ ਨਹੀਂ ਦੇ ਰਹੇ ਕਿਊਟ ਨੀ uninterested or sensitive so uninterested ਹੈ ਜਿਹੜਾ ਆਨਸਰ ਤੁਸੀਂ ਮਾਰਕ ਕਰੋਗੇ ਐਂਟੀਨਮ ਵਰਡ ਫਾਈਂਡ ਆਊਟ ਕਰਨ ਲਈ ਪੁੱਛਿਆ ਗਿਆ ਤਾਂ ਇੰਟਰਸਟਡ ਦਾ ਮਤਲਬ ਹੋ ਜਾਏਗਾ ਕਿ ਕਿਸੇ ਚੀਜ਼ ਵੱਲ ਇੰਟਰਸਟ ਦਿਖਾਇਆ ਜਾ ਰਿਹਾ ਹੈ ਆਪਣੇ ਕੋਲ ਆਪੋਜ਼ਿਟ ਪੁੱਛਿਆ ਜਾ ਰਿਹਾ ਸੋ ਤੁਸੀਂ uninterested ਹੈ ਜਿਹੜਾ ਉਹ ਮਾਰਕ ਕਰੋਗੇ ਨੈਕਸਟ ਕੁਐਸਚਨ ਹੈ ਜੀ ਸਿਲੈਕਟ ਦਾ ਮੋਸਟ ਐਪਰੋਪ੍ਰੀਏਟ ਵਨ ਵਰਡ ਫॉर ਦਾ ਅੰਡਰਲਾਈਨ ਫਰੇਜ਼ ਤਾਂ ਤੁਹਾਨੂੰ ਫਰੇਜ਼ ਦਿੱਤੀ ਹੋਈ ਹੈ ਅੰਡਰਲਾਈਨ ਕੀਤੀ ਹੋਈ ਹੈ ਤੇ ਚੈੱਕ ਕਰਨਾ ਕਿ ਇਹਦੇ ਵਾਸਤੇ ਤੁਸੀਂ ਵਨ ਵਰਡ ਹੈ ਜਿਹੜਾ ਉਹ ਕੀ ਦਿਓਗੇ ਵਨ ਵਰਡ ਸਬਸਟੀਟਿਊਸ਼ਨ ਦਾ ਕੁਐਸਚਨ ਹੈ ਹਾਂਜੀ A mournful poem typically a lament for the dead is called ਤਾਂ ਹੁਣ ਕਿਸੇ ਪਰਸਨ ਦੇ ਆਪਾਂ ਕਹ ਲਓ ਡੈਡ ਦੇ ਉੱਤੇ ਡੈਥ ਦੇ ਉੱਤੇ ਗਾਏ ਜਾਣ ਵਾਲਾ ਇੱਕ ਲੈਮੈਂਟ ਭਰਿਆ ਗੀਤ ਦੁਖੀ ਭਰਿਆ ਸੌਂਗ ਤੁਹਾਨੂੰ ਕੀ ਕਿਹਾ ਜਾਏਗਾ ਤੁਸੀਂ ਕੀ ਕਹੋਗੇ ਜੀ ਐਲਗੀ ਵਰਡ ਜਿਹੜਾ ਆਪਾਂ ਦੀ ਕਲਾਸ ਵਿੱਚ ਡਿਸਕਸ ਕੀਤਾ ਹੈ ਐਲਜੀ ਹੈ ਜਿਹੜਾ ਉਹਨੂੰ ਕਿਹਾ ਜਾਂਦਾ ਹੈ ਹਾਂਜੀ ਤਾਂ ਲਾਸਟ ਕੁਐਸਚਨ ਜਿਹੜਾ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਨਾ ਹੈ that is related to
idiom and phrase, and the question is select the most appropriate meaning of the underlined idiom. The work is progressing at a snail's pace। ਤਾਂ ਹੁਣ ਦੇਖੋ ਕਈ ਵਾਰ ਕਿੱਦਾਂ ਤੁਹਾਡੇ ਕੋਲੇ ਇੱਕ ਸੈਂਟੈਂਸ ਬਣਾ ਕੇ ਪਿੱਛੋਂ idiom ਦਾ ਮੀਨਿੰਗ ਪੁੱਛਿਆ ਜਾ ਸਕਦਾ ਹੈ, ਜਾਂ ਫਿਰ ਤੁਹਾਡੇ ਕੋਲੇ ਜਿਵੇਂ ਸੇਮ ਇੱਕ idiom ਦੇਤਾ ਤਾਂ ਉਹਦਾ ਮੀਨਿੰਗ ਪੁੱਛਿਆ ਜਾ ਸਕਦਾ। ਨਹੀਂ ਕੁਐਸਚਨ ਕੀ ਹੈ, ਤੁਹਾਡੇ ਕੋਲੇ ਇੱਕ ਸੈਂਟੈਂਸ ਦਿੱਤਾ ਹੈ ਤੇ ਪੁੱਛਿਆ ਜਾ ਰਿਹਾ ਕਿ ਜਿਹੜਾ ਆਪਾਂ ਅੰਡਰਲਾਈਨ ਕੀਤਾ ਹੈ idiom ਦਾ ਉਹਦਾ ਮੀਨਿੰਗ ਕੀ ਹੈ। The work is progressing at a snail's pace। ਹੁਣ snail ਦਾ pace ਆਪਾਂ ਕੀ ਕੀਤਾ ਸੀਗਾ, snail ਦੀ ਰਫਤਾਰ ਦੇ ਨਾਲ ਚੱਲਣਾ, ਬਹੁਤ ਹੌਲੀ ਚੱਲਣਾ। ਸੋ ਵੈਰੀ ਸਲੋਲੀ ਜਿਹੜਾ ਤੁਹਾਡੇ ਇੱਥੇ ਆਨਸਰ ਤੁਸੀਂ ਮਾਰਕ ਕਰੋਗੇ। ਆਈ ਹੋਪ ਤੁਹਾਡੇ ਜਿੰਨੇ ਵੀ ਆਪਾਂ ਪੋਰਸ਼ਨ ਦੇ ਕੀਤੇ ਹੈਗੇ vocab ਦੇ ਉਹ ਤੁਹਾਡੇ ਕਲੀਅਰ ਹੋ ਗਏ ਹੋਣਗੇ। ਇਹਦੇ ਨਾਲ ਹੀ ਜਿਹੜਾ ਆਪਾਂ ਅੱਜ ਦਾ ਕਲਾਸ ਹੈ ਜਿਹੜਾ ਓਵਰ ਕਰਨ ਜਾ ਰਹੇ ਹਾਂ। ਤਾਂ ਜਿੰਨੇ ਵੀ ਤੁਹਾਨੂੰ vocab ਦੇ ਪੋਰਸ਼ਨ ਦੇ ਕੁਐਸਚਨ ਕਰਵਾਏ ਜਾਂਦੇ ਆ ਟਰਾਈ ਕਰਿਆ ਕਰੋ, ਜਿਹੜੀ ਕਲਾਸ ਦੇ ਵਿੱਚ ਜਿੰਨੇ ਵਰਡ ਹੋ ਗਏ ਤਾਂ ਤੁਸੀਂ ਉਹਨਾਂ ਨੂੰ ਉਸੇ ਟਾਈਮ ਹੈ ਜਿਹੜਾ ਉਹ ਰਿਵਾਈਜ਼ ਕਰ ਲਓ, ਯਾਦ ਕਰ ਲਓ। ਮੋਸਟਲੀ ਤੁਸੀਂ 2 ਤੋਂ 3 ਵਾਰ ਦੇ vocab ਪੋਰਸ਼ਨ ਨੂੰ ਜਿਹੜੀ ਰਿਵੀਜ਼ਨ ਲਓਗੇ ਦਿਨ ਦੇ ਵਿੱਚ ਲੈ ਲਓ ਜਾਂ ਇੱਕ ਦਿਨ ਛੱਡ ਕੇ ਲੈ ਲਓ, ਤਾਂ ਤੁਹਾਡੇ ਜਿਹੜੇ vocab ਪੋਰਸ਼ਨ ਦੇ ਕੁਐਸਚਨ ਹੈ ਜਿਹੜੇ ਉਹ ਈਜ਼ੀਲੀ ਸੋਲਵ ਹੋਣ ਲੱਗ ਜਾਣਗੇ। ਤੁਹਾਡੇ vocab ਹੈ ਜਿਹੜੀ ਉਹ ਯਾਦ ਹੋ ਜਾਏਗੀ, ਬਿਕਾਜ਼ vocab ਹੈ ਜਿਹੜੀ ਆਪਾਂ ਲਿਮਿਟਡ ਨਹੀਂ ਕਹਿ ਸਕਦੇ। ਹੁਣ ਆਪਾਂ ਉਹੀ ਤਿਆਰ ਕਰ ਰਹੇ ਹਾਂ ਜਿਹੜੀ ਕਿ ਮੋਸਟ ਰਿਪੀਟਡ ਹੈ। ਸੋ ਟਰਾਈ ਕਰਿਆ ਕਰੋ, ਜਿੰਨੀ ਕਰਵਾਈ ਜਾ ਰਹੀ ਹੈ ਉਹਨੂੰ ਧਿਆਨ ਦੇ ਨਾਲ ਕਰੋ। ਤਾਂ ਮਿਲਾਂਗੇ ਹੁਣ ਨੈਕਸਟ ਸੈਸ਼ਨ ਦੇ ਵਿੱਚ ਵਿਦ ਨਿਊ ਵਰਡਸ, ਨਵੇਂ ਆਪਣੇ vocab ਦੇ ਵਰਡਸ ਸਿੱਖਾਂਗੇ। ਇਹਦੇ ਨਾਲ ਹੀ ਆਪਾਂ ਕਰਦੇ ਹਾਂ ਅੱਜ ਦਾ ਸੈਸ਼ਨ ਐਂਡ ਥੈਂਕ ਯੂ।